PSEB English. Do subscribe and press bell icon for notifications. ਵੈਲਕਮ ਟੂ ਯੂਰ ਓਨ ਸਟੇਸ਼ਨ ਆਫ ਇੰਗਲਿਸ਼ PSEB ਇੰਗਲਿਸ਼। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਚੈਪਟਰ 3 ਥਿੰਕਿੰਗ ਆਊਟ ਆਫ ਬਾਕਸ ਲਿਟਰਲ ਥਿੰਕਿੰਗ। ਲਿਟਰਲ ਥਿੰਕਿੰਗ ਦਾ ਸਭ ਤੋਂ ਪਹਿਲੇ ਮਤਲਬ ਸਮਝ ਲੈਂਦੇ ਹਾਂ। ਲਿਟਰਲ ਥਿੰਕਿੰਗ ਨੂੰ ਪੰਜਾਬੀ ਦੇ ਵਿੱਚ ਭਾਵਦਰਸ਼ੀ ਸੋਚ ਕਿਹਾ ਜਾਂਦਾ ਹੈ। ਜਿਹੜਾ ਚੈਪਟਰ ਹੈ ਉਹ ਦੋ ਸਟੋਰੀਜ਼ ਦੇ ਉੱਪਰ ਬੇਸਡ ਹੈ। ਜਿਹੜੀ ਪਹਿਲੀ ਸਟੋਰੀ ਹੈ ਉਹ ਇੱਕ ਪਿੰਡ ਵਿੱਚ ਰਹਿ ਰਹੇ ਗਰੀਬ ਕਿਸਾਨ ਦੇ ਬਾਰੇ ਹੈ। ਗਰੀਬ ਕਿਸਾਨ ਨੇ ਸ਼ਾਹੂਕਾਰ ਤੋਂ ਲਏ ਹੋਏ ਕਰਜ਼ ਦੇ ਪੈਸੇ ਵਾਪਸ ਅਦਾ ਕਰਨੇ ਸੀ। ਸ਼ਾਹੂਕਾਰ ਬਹੁਤ ਹੀ ਬੁੱਢਾ ਅਤੇ ਬਦਸੂਰਤ ਸੀ, ਪਰ ਉਸ ਦੀ ਅੱਖ ਕਿਸਾਨ ਦੀ ਲੜਕੀ ਦੇ ਉੱਪਰ ਸੀ। ਉਸ ਦੇ ਦਿਮਾਗ ਵਿੱਚ ਇੱਕ ਆਈਡੀਆ ਆਇਆ। ਉਸਨੇ ਕਿਸਾਨ ਨੂੰ ਕਿਹਾ ਕਿ ਉਹ ਉਸ ਦਾ ਸਾਰਾ ਜਿਹੜਾ ਕਰਜ਼ਾ ਹੈ ਉਹ ਮਾफ़ ਕਰ ਦੇਵੇਗਾ, ਪਰ ਇਸ ਦੇ ਲਈ ਉਸਨੇ ਇੱਕ ਸ਼ਰਤ ਵੀ ਰੱਖੀ। ਹੁਣ ਸ਼ਰਤ ਆ ਸੀ ਕਿ ਜੇਕਰ ਉਹ ਆਪਣੀ ਕੁੜੀ ਦਾ ਵਿਆਹ ਸ਼ਾਹੂਕਾਰ ਨਾਲ ਕਰ ਦੇਵੇ, ਇਸ ਦੇ ਨਾਲ ਦੋਹਾਂ ਨੂੰ ਝਟਕਾ ਲੱਗਦਾ ਹੈ, ਬਾਪ ਬੇਟੀ ਨੂੰ। ਫਿਰ ਸ਼ਾਹੂਕਾਰ ਕਹਿੰਦਾ ਹੈ ਕਿ ਕਿਸਮਤ ਨੂੰ ਹੀ ਇਸ ਦਾ ਫੈਸਲਾ ਕਰਨ ਦਿੰਦੇ ਹਾਂ। ਉਸਨੇ ਇੱਕ ਬੈਗ ਲਿਆ, ਉਸ ਦੇ ਵਿੱਚ ਇੱਕ ਚਿੱਟੇ ਅਤੇ ਕਾਲੇ ਰੰਗ ਦਾ ਪੱਥਰ ਪਾਇਆ। ਉਸਨੇ ਕਿਹਾ ਕਿ ਅਗਰ ਕਿਸਾਨ ਦੀ ਕੁੜੀ ਕਾਲੇ ਰੰਗ ਦਾ ਪੱਥਰ ਚੁੱਕਦੀ ਹੈ ਤਾਂ ਉਸ ਨੂੰ ਉਸ ਦੇ ਨਾਲ ਵਿਆਹ ਕਰਾਉਣਾ ਪਵੇਗਾ, ਨਾਲ ਹੀ ਨਾਲ ਜਿਹੜਾ ਸਾਰਾ ਕਰਜ਼ਾ ਹੈ ਉਹ ਵੀ ਮਾफ़ ਕਰ ਦਿੱਤਾ ਜਾਵੇਗਾ। ਅਗਰ ਉਹ ਚਿੱਟੇ ਰੰਗ ਦਾ ਪੱਥਰ ਚੁੱਕਦੀ ਹੈ ਤਾਂ ਉਸ ਨੂੰ ਉਸ ਦੇ ਨਾਲ ਵਿਆਹ ਵੀ ਨਹੀਂ ਕਰਾਉਣਾ ਪਵੇਗਾ, ਨਾਲ ਹੀ ਨਾਲ ਉਸ ਦਾ ਜਿਹੜਾ ਸਾਰਾ ਕਰਜ਼ਾ ਹੈ ਉਹ ਵੀ ਮਾफ़ ਕਰ ਦਿੱਤਾ ਜਾਵੇਗਾ। ਅਗਰ ਉਹ ਨਾ ਕਰਦੀ ਹੈ ਪੱਥਰ ਚੁੱਕਣ ਤੋਂ ਤਾਂ ਉਸ ਦੇ ਪਿਤਾ ਨੂੰ ਜੇਲ੍ਹ ਵਿੱਚ ਪਾ ਦਿੱਤਾ ਜਾਵੇਗਾ। ਲੜਕੀ ਦੀ ਤੇਜ਼ ਨਜ਼ਰਾਂ ਦੇਖਦੀਆਂ ਨੇ ਕਿ ਸ਼ਾਹੂਕਾਰ ਨੇ ਪੱਥਰ ਚੁੱਕਣ ਵੇਲੇ ਦੋਹੇ ਕਾਲੇ ਰੰਗ ਦੇ ਪੱਥਰ ਚੁੱਕ ਲਏ। ਹੁਣ ਤੁਸੀਂ ਸੋਚੋ, ਅਗਰ ਉੱਥੇ ਤੁਸੀਂ ਹੋ ਤਾਂ ਤੁਸੀਂ ਕਿਸਾਨ ਦੀ ਬੇਟੀ ਨੂੰ ਕੀ ਸਲਾਹ ਦੇਵੋਗੇ? ਪਾਉਸ ਕਰਕੇ ਸੋਚਿਓ ਜ਼ਰੂਰ। ਉਹਦੇ ਕੋਲ 3 ਪੋਸੀਬਿਲਿਟੀ ਸੀ। ਪਹਿਲਾ ਕਿ ਉਹ ਪੱਥਰ ਚੁੱਕਣ ਤੋਂ ਮਨਾ ਕਰ ਦੇਵੇ, ਦੂਸਰਾ ਉਹ ਦਿਖਾ ਦੇਵੇ ਕਿ ਬੈਗ ਵਿੱਚ 2 ਪੱਥਰ ਨੇ, ਅਤੇ ਤੀਸਰਾ ਉਹ ਪੱਥਰ ਚੁੱਕ ਲਵੇ ਅਤੇ ਆਪਣੇ ਫਾਦਰ ਨੂੰ ਜੇਲ੍ਹ ਜਾਣ ਤੋਂ ਬਚਾ ਲਵੇ। ਪਰ ਉਸਨੇ ਤਿੰਨਾਂ ਵਿੱਚੋਂ ਕੋਈ ਵੀ ਆਈਡੀਆ ਨਹੀਂ ਅਪਣਾਇਆ। ਉਸਨੇ ਨਵਾਂ ਹੀ ਆਈਡੀਆ ਯੂਜ਼ ਕੀਤਾ। ਉਸਨੇ ਬੈਗ ਵਿੱਚੋਂ ਪੱਥਰ ਚੁੱਕਿਆ, ਪੱਥਰ ਨੂੰ ਦੂਰ ਸੁੱਟ ਦਿੱਤਾ, ਜਿਹੜਾ ਕਿ ਪਤਾ ਹੀ ਨਹੀਂ ਲੱਗਾ ਕਿ ਉਸਨੇ ਕਿਹੜੇ ਰੰਗ ਦਾ ਪੱਥਰ ਚੁੱਕਿਆ। ਲੜਕੀ ਨੇ ਮੰਨ ਲਿਆ ਕਿ ਉਸਨੇ ਗਲਤ ਕੀਤਾ, ਪਰ ਉਸਨੇ ਕਿਹਾ ਕਿ ਤੁਸੀਂ ਬੈਗ ਵਿੱਚ ਦੇਖ ਲਓ ਕਿ ਕਿਹੜੇ ਰੰਗ ਦਾ ਪੱਥਰ ਹੈ। ਜਿਹੜੇ ਰੰਗ ਦਾ ਪੱਥਰ ਹੋਵੇਗਾ ਉਸਨੇ ਨਹੀਂ ਚੁੱਕਿਆ। ਬੈਗ ਦੇ ਵਿੱਚ ਕਾਲੇ ਰੰਗ ਦਾ ਪੱਥਰ ਸੀ, ਜਿਸ ਦੇ ਨਾਲ ਸਾਫ਼ ਸਾਬਿਤ ਹੁੰਦਾ ਸੀ ਕਿ ਉਸਨੇ ਕਾਲੇ ਰੰਗ ਦਾ ਪੱਥਰ ਨਹੀਂ ਚੁੱਕਿਆ। ਬੈਗ ਦੇ ਵਿੱਚ ਚਿੱਟੇ ਰੰਗ ਦਾ ਪੱਥਰ ਨਹੀਂ ਸੀ, ਇਸ ਦਾ ਮਤਲਬ ਸੀ ਕਿ ਉਸਨੇ ਚਿੱਟੇ ਰੰਗ ਦਾ ਪੱਥਰ ਚੁੱਕਿਆ। ਸ਼ਾਹੂਕਾਰ ਸੱਚਾਈ ਛੁਪਾ ਰਿਹਾ ਕਿਉਂਕਿ ਉਹ ਡਿਸਹੋਨੈਸਟ ਨਹੀਂ ਸਾਬਿਤ ਹੋਣਾ ਚਾਹੁੰਦਾ ਸੀ। ਲੜਕੀ ਨੇ ਇੰਪੋਸੀਬਲ ਕੰਮ ਨੂੰ ਪੋਸੀਬਲ ਕਰ ਵਿਖਾਇਆ। ਇਸ ਸਟੋਰੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਆਹ ਸਟੋਰੀ ਸਾਨੂੰ ਸਿਖਾਉਂਦੀ ਹੈ ਕਿ ਦੁਨੀਆ ਵਿੱਚ ਕੋਈ ਵੀ ਇਹੋ ਜਿਹੀ ਸਿਚੁਏਸ਼ਨ ਨਹੀਂ ਹੈ ਜਿਸ ਦਾ ਸੋਲਿਊਸ਼ਨ ਨਾ ਹੋਵੇ। ਸੈਕਿੰਡ ਸਟੋਰੀ ਵਿੱਚ ਆਪਾਂ ਦੇਖਦੇ ਹਾਂ ਇੱਕ ਮਿਲੀਅਨੀਅਰ ਕਰੋੜਪਤੀ ਸੀਗਾ, ਜਿਸ ਦਾ ਨਾਮ ਥੋਮਸ ਸੀ। ਉਹ ਨਿਊਯਾਰਕ ਵਿੱਚ ਰਹਿੰਦਾ ਸੀ। ਉਹ ਇੱਕ ਬੈਂਕ ਵਿੱਚ ਗਿਆ, ਫੇਮਸ ਬੈਂਕ ਆਫ ਨਿਊਯਾਰਕ ਵਿੱਚ ਗਿਆ। ਉੱਥੇ ਲੋਨ ਆਫਿਸਰਸ ਤੋਂ ਉਸਨੇ ਕਰਜ਼ੇ ਦੀ ਮੰਗ ਕੀਤੀ। ਲੋਨ ਆਫਿਸਰਸ ਨੇ ਉਸਨੂੰ ਕਿਹਾ ਕਿ ਉਹ ਸਿਕਿਉਰਿਟੀ ਲਈ ਕੋਈ ਚੀਜ਼ ਰੱਖੇ। ਉਸਨੇ ਆਪਣੀ ਨਵੀਂ ਫਰਾਰੀ ਗੱਡੀ ਸਿਕਿਉਰਿਟੀ ਲਈ ਰੱਖੀ, ਜਿਸ ਦੇ ਬਦਲੇ ਉਹਨੂੰ $5000 ਕਰਜ਼ਾ ਮਿਲ ਗਿਆ। ਉਸਨੇ ਆਪਣੀ ਗੱਡੀ ਦੀ ਚਾਬੀ ਅਤੇ ਕਾਗਜ਼ ਬੈਂਕ ਵਾਲਿਆਂ ਨੂੰ ਦੇ ਦਿੱਤੇ। ਬੈਂਕ ਵਾਲਿਆਂ ਨੇ ਵਿਸ਼ਵਾਸ ਦਿਵਾਇਆ ਕਿ ਉਸ ਦੀ ਗੱਡੀ ਸੇਫ ਅਤੇ ਸਿਕਿਉਰ ਰਹੇਗੀ। ਉਹ ਬੈਂਕ ਤੋਂ ਵਾਪਸ ਚਲਾ ਜਾਂਦਾ ਹੈ। ਉਹ ਫਲਾਈਟ ਲੈ ਕੇ ਨਿਊਯਾਰਕ ਤੋਂ ਬਾਹਰ ਚਲਾ ਜਾਂਦਾ ਹੈ। 2 ਹਫ਼ਤਿਆਂ ਬਾਅਦ ਜਦੋਂ ਉਹ ਮੁੜ ਨਿਊਯਾਰਕ ਵਾਪਸ ਆਉਂਦਾ ਹੈ ਅਤੇ ਉਹ ਸਿੱਧਾ ਬੈਂਕ ਵੱਲ ਨੂੰ ਚਲੇ ਜਾਂਦਾ ਹੈ। ਬੈਂਕ ਜਾ ਕੇ ਉਹ ਲੋਨ ਆਫਿਸਰਸ ਨੂੰ ਸਾਰੇ ਪੈਸੇ ਵਾਪਸ ਕਰ ਦਿੰਦਾ ਹੈ, ਜਿਸ ਵਿੱਚ $5000 ਅਤੇ $15 ਇੰਟਰਸਟ ਹੁੰਦਾ ਹੈ। ਉਸ ਨੂੰ ਫਰਾਰੀ ਗੱਡੀ ਵਾਪਸ ਮਿਲ ਜਾਂਦੀ ਹੈ। ਪਰ ਲੋਨ ਆਫਿਸਰ ਉਹਨੂੰ ਪੁੱਛਦਾ ਹੈ ਕਿ ਤੂੰ ਤਾਂ ਇੱਕ ਅਮੀਰ ਬੰਦਾ ਹੈ, ਫਿਰ ਤੈਨੂੰ ਕਰਜ਼ੇ ਦੀ ਲੋੜ ਕਿਉਂ ਪਈ? ਹੁਣ ਉਹ ਹੱਸਦਾ ਹੋਇਆ ਕਹਿੰਦਾ ਹੈ ਕਿ ਮੈਨੂੰ ਬੈਂਕ ਤੋਂ ਸੇਫ ਜਗ੍ਹਾ ਆਪਣੀ ਗੱਡੀ ਰੱਖਣ ਲਈ ਹੋਰ ਕੋਈ ਵੀ ਨਹੀਂ ਮਿਲੀ। ਮੈਨੂੰ $15 ਦੇ ਵਿੱਚ ਹੋਰ ਕਿਸੇ ਨੇ ਵੀ ਸੇਫ ਗੱਡੀ ਨਹੀਂ ਰੱਖਣ ਦੇਣੀ ਸੀ। ਗੱਡੀ ਲੈ ਕੇ ਉਹ ਵਾਪਸ ਚਲੇ ਜਾਂਦਾ ਹੈ। ਆਕਸਫੋਰਡ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਕਿਹਾ ਹੈ, ਜਿਸ ਦਾ ਨਾਮ ਐਡਵਰਡ ਡੀ ਬੋਨੋ ਹੈ। ਉਹ ਕਹਿੰਦੇ ਨੇ ਕਿ ਲੇਟਰਲ ਥਿੰਕਿੰਗ ਜਿਹੜੀ ਹੈ ਸਿਰਫ ਮੌਜੂਦ ਟੁਕੜਿਆਂ ਦੇ ਨਾਲ ਸੰਪਰਕ ਨਹੀਂ ਰੱਖਦੀ, ਪਰ ਉਹ ਟੁਕੜਿਆਂ ਨੂੰ ਬਦਲ ਕੇ ਰੱਖ ਦਿੰਦੀ ਹੈ। ਇਸ ਦਾ ਸੰਬੰਧ ਅਨੁਭੂਤੀ ਦੇ ਨਾਲ
ਹੁੰਦਾ ਹੈ। ਆਹ ਕਹਿਣਾ ਐਡਵਰਡ ਡੀ ਬੋਨੋ ਦਾ ਹੈ। ਆਸ਼ਾ ਕਰਦਾ ਹਾਂ ਕਿ ਤੁਹਾਨੂੰ ਪੂਰਾ ਦਾ ਪੂਰਾ ਚੈਪਟਰ ਸਮਝ ਆ ਗਿਆ ਹੋਵੇਗਾ। ਅਗਲੀ ਦੀ ਵੀਡੀਓ ਦੇ ਵਿੱਚ ਆਪਾਂ ਕੁਐਸਚਨ ਆਨਸਰ ਡਿਸਕਸ ਕਰਾਂਗੇ। ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਸ਼ੇਅਰ ਕਰਿਓ।